दोस्त इंजॉय कर रहे हैं युववाणी प्रोग्राम ते मैं हाँ जी तुहाडा दोस्त विपिन सुमन ते मेरे वालों प्यार भरी सत श्री अकाल, नमस्कार ते आदाब कबूल करो जी। दोस्तों, आज़ादी दे अमृत महा-उत्सव ਨੂੰ ਸਮਰਪਿਤ ਕੈਂਪਸ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਵੱਖ-ਵੱਖ ਕੈਂਪਸ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਜਾ ਕੇ ਬੱਚਿਆਂ ਦੇ ਉੱਥੋਂ ਦੇ ਟੀਚਰ ਸਾਹਿਬਾਨ ਦੇ ਵਿਚਾਰ ਜਾਣਦੇ ਹਾਂ ਕਿ ਉਹ ਆਤਮ ਨਿਰਭਰ ਭਾਰਤ ਨੂੰ ਲੈ ਕੇ ਦਾ ਨਿਊ ਸ਼ੀ ਨੂੰ ਲੈ ਕੇ ਅਤੇ ਅਜਿਹੇ ਹੀ ਹੋਰ ਬਿਹਤਰੀਨ ਵਿਸ਼ੇ ਨੇ ਉਹਨਾਂ ਦੇ ਉੱਤੇ ਉਹ ਕੀ ਆਖਦੇ ਨੇ ਤੇ ਕੀ ਉਹਨਾਂ ਦੇ ਵਿਚਾਰ ਹੁੰਦੇ ਨੇ। ਤੇ ਇਸ ਵਾਰ ਅਸੀਂ ਆਣ ਪਹੁੰਚੇ ਹਾਂ APJ ਕਾਲਜ ਆਫ ਫਾਈਨ ਆਰਟਸ ਜਲੰਧਰ ਵਿਖੇ ਤੇ ਇੱਥੋਂ ਦੇ ਵਿਦਿਆਰਥੀ ਤੇ ਬੱਚੇ ਬਿਲਕੁਲ ਤਿਆਰ ਨੇ। ਤੇ ਆਓ ਜੀ ਫਿਰ ਸਿੱਧਾ ਲੈ ਚੱਲਦੇ ਹਾਂ ਤੁਹਾਨੂੰ ਇਹਨਾਂ ਦੇ ਕੋਲ ਤੇ ਜਾਣਦੇ ਹਾਂ ਇਹਨਾਂ ਦੇ ਵਿਚਾਰ। ਸਤਿ ਸ਼੍ਰੀ ਅਕਾਲ, ਮੈਂ ਲਤੀਸ਼ਾ ਆਪ ਸਭ ਜੀ ਦਾ ਸਵਾਗਤ ਕਰਦੀ ਹਾਂ। ਅਸੀਂ ਆਕਾਸ਼ਵਾਣੀ ਜਲੰਧਰ ਤੇ APJ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਸਹਿਯੋਗ ਨਾਲ ਇੱਕ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕਰਨ ਜਾ ਰਹੇ ਹਾਂ। ਇਸ ਪ੍ਰਤੀਯੋਗਿਤਾ ਲਈ ਮੈਂ ਅੱਜ ਦੇ ਜੱਜ ਸਾਹਿਬਾਨ ਨਾਲ ਤੁਹਾਡੀ ਜਾਣ ਪਛਾਣ ਕਰਵਾਉਣਾ ਚਾਹੁੰਦੀ ਹਾਂ। ਸਾਡੇ ਪਹਿਲੇ ਜੱਜ ਹਨ ਮਿਸਟਰ ਇਮਤਿਆਜ਼, ਪ੍ਰੋਗਰਾਮ ਐਗਜ਼ੀਕਿਊਟਿਵ ਆਕਾਸ਼ਵਾਣੀ ਜਲੰਧਰ, ਡਾਕਟਰ ਨਵਜੋਤ ਦਿਓਲ ਅੰਗਰੇਜ਼ੀ ਵਿਭਾਗ ਤੋਂ ਅਤੇ ਮਿਸਟਰ ਸੰਦੀਪ ਸਿੰਘ ਪੰਜਾਬੀ ਵਿਭਾਗ ਤੋਂ। ਸੋ ਹੁਣ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਪ੍ਰਤੀਯੋਗਿਤਾ। ਮੈਂ ਸਭ ਤੋਂ ਪਹਿਲਾਂ ਸੱਦਾ ਦਿੰਦੀ ਹਾਂ ਜੈਸਮੀਨ ਫਰੋਮ BPT ਫਸਟ ਈਅਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੈਸਮੀਨ ਕੌਰ BPT ਦੀ ਵਿਦਿਆਰਥਣ ਅੱਜ ਭਾਰਤੀ ਨਾਰੀ ਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ। औरत एक समुंदर है जो अपने अंदर मोती पैदा करती है। वो अपनी सारी ज़िंदगी एक माँ, एक धी, एक दोस्त, एक हमसफ़र बन के गुजारती है। अपने सारे फर्ज़ां नूं सेवा भावना नाल पूरे करती है। भारत एक अजिहा देश है जिथे नारी नूं रब समान पूजिया जाता है। श्री गुरु नानक देव जी ने गुरबाणी विच लिखिया है, सो क्यों मंदा आखिए जित जम्मे राजान। ਭਾਵ ਵੱਡੇ ਵੱਡੇ ਰਾਜਾ ਮਹਾਰਾਜਾ ਨੂੰ ਜੰਮਣ ਵਾਲੀ ਨਾਰੀ ਦੀ ਨਿੰਦਿਆ ਨਹੀਂ ਕੀਤੀ ਜਾਣੀ ਚਾਹੀਦੀ। ਪੁਰਾਤਨ ਕਾਲ ਵਿੱਚ ਨਾਰੀ ਨੂੰ ਇੱਕ ਮਾਮੂਲੀ ਇਨਸਾਨ ਸਮਝਿਆ ਜਾਂਦਾ ਸੀ ਜੋ ਆਪਣੀ ਸਾਰੀ ਜ਼ਿੰਦਗੀ ਇੱਕ ਚਾਰ ਦੀਵਾਰੀ ਵਿੱਚ ਰਹਿ ਕੇ ਗੁਜ਼ਾਰ ਦਿੰਦੀ ਸੀ। ਆਪਣੇ ਹਰ ਟੁੱਟਦੇ ਹੋਏ ਸੁਪਨੇ ਨਾਲ ਸਬਰ ਦਾ ਘੁੱਟ ਭਰਦੀ ਸੀ ਤੇ ਸਾਰੇ ਜ਼ੁਲਮਾਂ ਨੂੰ ਧੁਰੋਂ ਲਿਖਾਈ ਕਿਸਮਤ ਦਾ ਫੈਸਲਾ ਮੰਨਦੀ ਸੀ। ਅੱਜ ਭਾਰਤ ਦੇਸ਼ ਭਾਵੇਂ ਹੀ ਬਦਲ ਰਿਹਾ ਹੈ, ਲੇਕਿਨ ਅੱਜ ਵੀ ਕੁੜੀਆਂ ਨੂੰ ਪੜ੍ਹ ਲਿਖ ਕੇ ਨਹੀਂ ਵਿਆਹ ਕਰਾ ਕੇ ਘਰ ਬਸਾਉਣਾ ਜ਼ਿੰਦਗੀ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨਾ ਮੰਨਿਆ ਜਾਂਦਾ ਹੈ। ਗੀਤਾ ਗੋਪੀਨਾਥ, ਹੀਮਾ ਦਾਸ, ਮੈਰੀ ਕੌਮ ਵਰਗੀਆਂ ਕਈ ਭਾਰਤੀ ਨਾਰੀਆਂ ਨੇ ਅੱਜ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜਿਵੇਂ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਔਰਤ ਹਰ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਭਾਵੇਂ ਉਹ ਡਰਾਈਵਰੀ ਹੋਵੇ ਜਾਂ ਡਾਕਟਰ ਬਣਨਾ, ਪੁਲਿਸ ਕਰਮਚਾਰੀ ਹੋਵੇ ਜਾਂ ਖੇਤੀ ਕਰਨਾ। ਸਭ ਤੋਂ ਵੱਡਾ ਅਹੁਦਾ ਪ੍ਰਧਾਨ ਮੰਤਰੀ ਦਾ ਉੱਥੇ ਵੀ ਨਾਰੀ ਅੱਜ ਪਹੁੰਚ ਚੁੱਕੀ ਹੈ। ਅੱਜ ਦਾ ਸਮਾਂ ਸਿਰਫ ਬੇਟੀ ਬਚਾਓ ਬੇਟੀ ਪੜ੍ਹਾਓ ਤੱਕ ਸੀਮਿਤ ਨਹੀਂ ਹੈ। ਬੇਟੀ ਬਚਾਓ ਬੇਟੀ ਪੜ੍ਹਾਓ ਤੇ ਉਸ ਨੂੰ ਆਪਣੇ ਪੈਰਾਂ 'ਤੇ ਖੜੇ ਹੋਣਾ ਵੀ ਸਿਖਾਓ ਦੀ ਮੰਗ ਕਰਦਾ ਹੈ ਤਾਂ ਕਿ ਉਹ ਆਪਣੇ ਦਿਲੀ ਰੁਝਾਨਾਂ ਪੂਰੀਆਂ ਕਰਨ ਵਾਸਤੇ ਕਿਸੇ ਦੀ ਮੁਹਤਾਜ ਨਾ ਹੋਵੇ। ਇੱਕ ਵਿਕਸਿਤ ਦੇਸ਼ ਦੀ ਪਛਾਣ ਉਸ ਦੇ ਲੋਕਾਂ ਤੋਂ ਹੁੰਦੀ ਹੈ। ਜਿੱਥੇ ਉੱਚੇ ਖਿਆਲ ਤੇ ਆਧੁਨਿਕ ਸੋਚ ਰੱਖਣ ਵਾਲੇ ਲੋਕ ਰਹਿੰਦੇ ਹਨ, ਉਹ ਦੇਸ਼ ਤਰੱਕੀ ਕਰਦਾ ਹੈ। ਦੂਸਰੇ ਪਾਸੇ ਔਰਤ ਤੇ ਮਰਦ ਜਾਤੀ ਵਿੱਚ ਫਰਕ ਕਰਨ ਵਾਲੇ ਲੋਕ ਦੇਸ਼ ਦੀ ਤਰੱਕੀ ਵਿੱਚ ਵਿਘਨ ਪਾਉਂਦੇ ਹਨ। ਧੰਨਵਾਦ। ਸਾਡੀ ਦੂਜੀ ਪ੍ਰਤੀਯੋਗੀ ਹੈ ਨਮਿਆ ਕੌਸ਼ਲ BCom ਸੈਕੰਡ ਈਅਰ ਤੋਂ। Greetings everyone. I stand before you to articulate my views on the topic, the new she, a futuristic view of an empowered woman. Women empowerment means powers in the hands of women. It signifies that an equal opportunity should be given to women irrespective of any discrimination. We all know about Malala Yousafzai. She is the youngest Nobel Prize winner. She is using her horrifying experiences to create awareness. She is creating a better world with her books, speeches, and activism. She is the new she. The new she in today's world is a woman who has her own voice and not someone who sits confined in the four walls of the house. The woman of 21st century has a sense of self-worth and confidence. She is taking steps to discover her life's purposes and is directing her life to live in a way that aligns with it. The new she empowers other women. She uplifts herself. She fights back all the negativity and she doesn't let a man suppress her. Then why do people still cry when a girl child is born in a family? When the new she is equal. In fact, I would say that she is ahead of a man in every field, be it sports, education, or politics.
My dear friends, do you know that marital rapes is not a crime in more than 32 countries? And domestic violence is also not a crime in more than 20 countries. And guess what? India is one of them. But the new she will not sit behind and tolerate this domestic abuse. She will come forward, will raise her voice, and fight against it. The new she is not restricted to cooking, washing clothes, doing the household work, and looking after her kids and husband. She will be leading in every field. She will become self-dependent and will overcome every barrier of the society. In my vision, the new she is a woman who cannot be silenced. You cannot just boss her around or tell her what to do whenever you feel entitled. She will fight back whenever she will feel oppressed. She can work or walk freely without facing any unnecessary opinions of the society. Yes, there may be days when she will feel low and tired, but she will always come back stronger. And the only person on whom she will be depending on for money, security, peace and stability will be herself. The modern woman is independent, takes the right decision, stands up for herself and strives to succeed. Women like Kalpana Chawla, Aishwarya Rai and Sushma Swaraj serves as examples. Indira Gandhi, Lata Mangeshkar and Mother Teresa have been awarded Bharat Ratna, India's highest prestigious award for their contributions in their respective fields. Many other women are serving as IAS, IPS officers in different departments of central government very successfully. In tune with the global phenomenon, modern Indian women have seemed to form an equality with the men. They have acquired a tremendous zeal to secure what they call lost rights, and they no longer consider themselves silent spectators in today's dynamic world situation. In the end, I would just like to say, I salute the new she, the empowered Indian woman. Thank you. ਹੁਣ ਮੈਂ ਸੱਦਾ ਦਿੰਦੀ ਹਾਂ ਸਾਡੀ ਤੀਜੀ ਪ੍ਰਤੀਯੋਗੀ ਨੂੰ ਜੋ ਕਿ ਹੈ पर्ल फ्रॉम बी वॉक थिएटर फर्स्ट ईयर। जहाँ डाल डाल पर सोने की चिड़िया करती है बसेरा, वो भारत देश है मेरा, वो भारत देश है मेरा। नमस्ते, सत श्री अकाल, आदाब। मैं हूँ आपकी दोस्त पर्ल काकड़िया और आज आप सभी के समक्ष प्रस्तुत करने जा रही हूँ अपने कुछ विचार, विषय मेरा नया भारत, या फिर हम ये भी कह सकते हैं कि मेरा और आपका, हम सभी के सपनों का भारत, आत्मनिर्भर भारत। दोस्तों, बचपन में हम सबने कहानी सुनी थी, एक कछुए और खरगोश की कहानी, जिस कहानी के चलते वो दोनों एक दौड़ में दौड़ते हैं। जिधर खरगोश अपनी तेज गति से उस दौड़ को जीतने को होता है, उधर कछुआ अपनी कछुए की चाल से धीमी गति में उस दौड़ में चल रहा होता है। खरगोश को लगता है कि अभी कछुए को आने में वक्त लगेगा, इसलिए वो एक पेड़ के पास विश्राम करने लगता है। विश्राम करते करते उसकी आंख लग जाती है और उधर कछुआ अपनी उसी धीमी गति से, कछुए की चाल से उस दौड़ को जीत जाता है। इस कहानी से हमें ये शिक्षा मिलती है कि यदि हम धैर्य से काम लें और अपने ऊपर पूर्ण विश्वास रखें तो हम अपने मुकाम को ज़रूर हासिल कर पाएंगे। आप सब ये सोच रहे होंगे कि मैंने ये कहानी क्यों सुनाई। मैंने तो कहा था कि हम आत्मनिर्भर भारत के बारे में बात करेंगे, क्योंकि बात कुछ ऐसी है कि सोने की चिड़िया कहलाने वाला हमारा भारत देश पिछले कुछ वर्षों में अपनी प्रगति की राह पर सफलता पाने के लिए एकदम कछुए की चाल से, यानी कि बहुत ही धीमी गति से चल रहा था, और उधर विश्व के बाकी देश खरगोश की गति से बहुत तेज दौड़ रहे थे। हमारा देश छोटी से लेके बड़ी चीज़, फिर चाहे वो दवाइयाँ हों, विज्ञानी दुनिया की विज्ञानी तकनीकें हों या कुछ भी, हर चीज़ के लिए विश्व के दूसरे देशों पर निर्भर रहता था। और वहीं एक दिन अचानक 12 मई 2020 को भारत सरकार ने घोषित किया आत्मनिर्भर भारत अभियान, जिसके चलते हम भारतीयों को आत्मनिर्भरता का पालन करना था। इस अभियान के चलते हमारे भारत देश के वासियों ने डटकर इस अभियान का पालन किया। यदि आप सबको याद हो तो पिछले कुछ समय में कोरोना महामारी के चलते विश्व के सभी देशों की नाक में दम हो गया था। उस महामारी से लड़ाई हमारे भारत देश के वासियों ने अपने बलबूते पर की और देश भर में दवाइयाँ भेजी। ना सिर्फ ही, बल्कि वसुधैव कुटुंबकम का अनुरोधन करते हुए विश्व के बाकी देशों में भी दवाइयाँ भेजी। हमारे देश की युवा पीढ़ी, हमारे देश के युवा ने भी विज्ञानी दुनिया में विज्ञानी तकनीकों का पालन करने में या उन पर काम करने में कोई मौका न छोड़ा। इससे अच्छा उदाहरण क्या हो सकता है आत्मनिर्भर भारत का।
छोटा सा उदाहरण और देना चाहूँगी। मासिक धर्म के चलते हो रहे रक्तस्राव को सोखने के लिए जिन जरूरी वस्तुओं का प्रयोग एक स्त्री द्वारा किया जाता है, उन वस्तुओं को भी विश्व के दूसरे देशों से भारत में मंगवाया जाता था। पर अब स्थानीय के लिए मुखर अभियान के चलते, यानी कि वोकल फॉर लोकल कैंपेन के चलते, इन सभी जरूरतमंद वस्तुओं को हमारे ही भारत देश में बनाया जाता है। इससे बड़े उदाहरण क्या हो सकते हैं? हमारे सपनों के भारत, हमारे आत्मनिर्भर भारत। तो दोस्तों, अब मैं डंके की चोट पर ये कह सकती हूँ कि बहुत ही जल्द हमारा भारत देश एक बार फिर से सोने की चिड़िया कहलाएगा और अपनी इसी कछुए की चाल से उन सभी खरगोशों को मात देते हुए प्रगति की राह पर सफलता जरूर पाएगा। और एक बार फिर से हम सभी पूरी आन बान और शान और चेहरों पर बड़ी सी मुस्कान के साथ गाएंगे, जहां डाल डाल पर सोने की चिड़िया करती है बसेरा, वो भारत देश है मेरा। मेरे साथ बोलिए दोस्तों, वो भारत देश है मेरा। जय हिंद। ਸਾਡੀ ਅੱਜ ਦੀ ਪ੍ਰਤੀਯੋਗਿਤਾ ਦੀ ਆਖਰੀ ਪ੍ਰਤੀਯੋਗੀ ਹੈ ਕਵਲਪ੍ਰੀਤ ਕੌਰ ਫਰੋਮ MA ਸੈਕੰਡ ਈਅਰ। ਸਤਿਕਾਰਯੋਗ ਅਧਿਆਪਕ ਸਾਹਿਬਾਨ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿਆਣੇ ਕਹਿੰਦੇ ਹਨ ਕਿ ਸਾਨੂੰ ਆਪਣੇ ਬੀਤੇ ਹੋਏ ਕੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਭਵਿੱਖ ਨੂੰ ਹੋਰ ਚੰਗੇਰਾ ਬਣਾ ਸਕੀਏ। ਅੱਜ ਮੇਰੀ ਇਹੀ ਕੋਸ਼ਿਸ਼ ਹੋਵੇਗੀ ਕਿ ਸਾਡੀ ਪੁਰਾਤਨ ਭਾਰਤੀ ਸੰਸਕ੍ਰਿਤੀ ਜੋ ਕਿ ਪਿੰਡਾਂ ਵਿੱਚ ਸਮਾਈ ਹੋਈ ਸੀ, ਉਸ ਦੀ ਮਹਿਕ ਦਾ ਅਨੁਭਵ ਤੁਹਾਨੂੰ ਆਪਣੇ ਅਲਫਾਜ਼ਾਂ ਰਾਹੀਂ ਕਰਵਾ ਸਕਾਂ। ਪੁਰਾਤਨ ਭਾਰਤੀ ਸੰਸਕ੍ਰਿਤੀ ਵਿੱਚ ਕਈ ਖੂਬੀਆਂ ਸਨ, ਜਿਵੇਂ ਪੈਸੇ ਦੀ ਥਾਂ ਪਿਆਰ ਨੂੰ ਮਹੱਤਵ ਦੇਣਾ, ਰਿਸ਼ਤਿਆਂ ਦੀ ਕਦਰ ਤੇ ਲਿਹਾਜ਼, ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ, ਮਹਿਮਾਨਾਂ ਨੂੰ ਦੇਵ ਸਮਾਨ ਸਮਝਣਾ। ਬਹੁਤ ਹੀ ਪਾਕ ਸੋਚ ਸੀ। ਪੂਰਾ ਪਿੰਡ ਹੀ ਇੱਕ ਪਰਿਵਾਰ ਹੁੰਦਾ ਸੀ। ਇਨਸਾਨ ਨੂੰ ਇਨਸਾਨ ਤੋਂ ਕੋਈ ਖਤਰਾ ਨਹੀਂ ਸੀ। ਕਿਸੇ ਦੀ ਧੀ ਭੈਣ ਨੂੰ ਪੂਰੇ ਪਿੰਡ ਦੀ ਇੱਜ਼ਤ ਸਮਝਿਆ ਜਾਂਦਾ ਸੀ। ਰੀਤੀ ਰਿਵਾਜਾਂ ਵੱਲ ਆਈਏ ਤਾਂ ਵਿਆਹ ਹੋਵੇ ਪਿੰਡ ਦੀ ਕੁੜੀ ਦਾ ਤਾਂ ਪੂਰਾ ਪਿੰਡ ਰਲ ਕੇ ਇੰਤਜ਼ਾਮ ਕਰਦਾ ਸੀ। ਮਹੀਨਾ ਵਿਆਹ ਚੱਲਦੇ ਸਨ ਤੇ ਸਾਰੇ ਆਪਣੀ ਵਿੱਤ ਅਨੁਸਾਰ ਉਸ ਵਿੱਚ ਯੋਗਦਾਨ ਪਾਉਂਦੇ ਸਨ। ਕਿਸੇ ਦੇ ਘਰ ਮੌਤ ਹੋ ਜਾਵੇ ਤਾਂ ਦੁੱਖ ਦੀ ਘੜੀ ਵਿੱਚ ਵੀ ਹਰ ਕੋਈ ਸਾਥ ਨਿਭਾਉਂਦਾ ਸੀ। ਪਹਿਲੇ ਇਨਸਾਨ ਕਦੇ ਵੀ ਇੰਨਾ ਇਕੱਲਾ ਹੋਇਆ ਹੀ ਨਹੀਂ ਸੀ ਕਿ ਮਾਨਸਿਕ ਬਿਮਾਰੀਆਂ ਜਿਵੇਂ ਡਿਪਰੈਸ਼ਨ, ਇਹਨਾਂ ਦਾ ਕਿਸੇ ਨੇ ਨਾਮ ਵੀ ਸੁਣਿਆ ਹੁੰਦਾ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਮਕਾਨ ਕੱਚੇ ਸੀ, ਦਿਲ ਉਦੋਂ ਸੱਚੇ ਸੀ। ਉਸ ਸਮੇਂ ਦੇ ਬਾਰੇ ਸੁਣ ਕੇ ਹੀ ਇੱਕ ਠਹਿਰਾਵ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਸਹੀ 'ਚ ਇੱਦਾਂ ਦਾ ਵੀ ਕੋਈ ਸਮਾਂ ਸੀ ਜਦ ਕੋਈ ਦੌੜ ਨਹੀਂ ਲੱਗੀ ਹੋਈ ਸੀ। ਨਹੀਂ ਤਾਂ ਅੱਜ ਤਾਂ ਆਪਾਂ ਉਹ ਘੜੇ ਬਣ ਚੁੱਕੇ ਹਾਂ ਜਿਸ ਨੂੰ ਕਿੰਨਾ ਵੀ ਭਰ ਲਓ, ਰਹਿੰਦਾ ਉਹ ਫਿਰ ਵੀ ਖਾਲੀ ਹੀ ਹੈ। ਪਹਿਲੇ ਲੋਕ ਸੱਚੇ ਸਨ, ਕਰਨੀ ਦੇਵੀ ਤੇ ਕਥਨੀ ਦੇਵੀ। ਅੱਜ ਅਸੀਂ ਆਪਣੇ ਸੰਸਕਾਰਾਂ ਨੂੰ ਭੁਲਾ ਚੁੱਕੇ ਹਾਂ। ਹਰ ਕੰਮ ਵਿੱਚ ਧਰਮ ਦਾ ਆਸਰਾ ਲਿਆ ਜਾਂਦਾ ਸੀ। ਸੱਚ ਦਾ ਮਾਰਗ ਉਹ ਮਾਰਗ ਹੈ ਜਿਹੜਾ ਹੁੰਦਾ ਤਾਂ ਬਹੁਤ ਮੁਸ਼ਕਿਲ ਹੈ, ਪਰ ਜੀਵਨ ਨੂੰ ਬਹੁਤ ਆਸਾਨ ਕਰ ਦਿੰਦਾ ਹੈ। ਹਰ ਕੰਮ ਵਿੱਚ ਧਰਮ ਦਾ ਆਸਰਾ ਲੈਣਾ, ਚਾਹੇ ਉਹ ਰਾਜਨੀਤੀ ਹੋਵੇ ਚਾਹੇ ਗ੍ਰਸਤੀ। ਸਬਰ ਦੀ ਦੌਲਤ ਨਾਲ ਬਹੁਤ ਧਨਵਾਨ ਸਨ ਉਹ ਲੋਕ, ਕਿਉਂ ਜੋ ਉਹਨਾਂ ਦਾ ਧੁਰਾ ਆਤਮਕ ਬਲ ਹੁੰਦਾ ਸੀ ਤੇ ਆਤਮਕ ਬਲ ਸਰੀਰਕ ਤੇ ਮਾਨਸਿਕ ਬਲ ਨਾਲੋਂ ਕਿਤੇ ਵਧੇਰੇ ਮਹੱਤਵ ਰੱਖਦਾ ਹੈ ਤੇ ਪ੍ਰਾਪਤ ਹੁੰਦਾ ਹੈ ਧਰਮ ਤੋਂ। ਧਰਮ ਤੋਂ ਮੇਰੀ ਮੁਰਾਦ ਕਰਮ ਕਾਂਡ ਨਹੀਂ, ਪਰੰਤੂ ਆਪੇ ਦੀ ਪਹਿਚਾਣ ਹੈ। ਸਤ, ਸੰਤੋਖ, ਦਇਆ ਤੇ ਧਰਮ, ਇਹ ਸਭ ਆਤਮਾ ਦਾ ਸ਼ਿੰਗਾਰ ਹੈ ਜੋ ਇਨਸਾਨ ਨੂੰ ਵਾਸਤਵ ਵਿੱਚ ਖੂਬਸੂਰਤ ਬਣਾਉਂਦਾ ਹੈ। ਅਸੀਂ ਅੱਜ ਇੱਕ ਬਹੁਤ ਅਮੀਰ ਵਿਰਾਸਤ ਨੂੰ ਭੁੱਲ ਕੇ ਕੰਗਾਲ ਬਣ ਚੁੱਕੇ ਹਾਂ। ਸਾਡੇ ਵੇਦ, ਧਰਮ ਗ੍ਰੰਥ, ਪਤਾ ਨਹੀਂ ਕਿੰਨਾ ਖਜ਼ਾਨਾ ਸਮਾਏ ਬੈਠੇ ਹਨ। ਸਾਡੀ ਯੋਗ ਸਾਧਨਾ, ਸਾਡਾ ਸ਼ਾਸਤਰੀ ਸੰਗੀਤ, ਅਜੰਤਾ ਦੀਆਂ ਗੁਫਾਵਾਂ ਦੀ ਕਲਾ, ਇਸ ਸਭ ਦਾ ਮਹੱਤਵ ਅੰਗਰੇਜ਼ਾਂ ਨੂੰ ਤਾਂ ਪਤਾ ਹੈ, ਪਰ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਆਪਣੀਆਂ ਨੀਹਾਂ ਹੀ ਠੀਕ ਢੰਗ ਨਾਲ ਨਹੀਂ ਰੱਖ ਰਹੇ। ਅਸੀਂ ਆਪਣੇ ਬੱਚਿਆਂ ਨੂੰ ਰਾਮਾਇਣ, ਮਹਾਭਾਰਤ, ਆਪਣੇ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ ਤੋਂ ਕੋਹਾਂ ਦੂਰ ਲੈ ਕੇ ਜਾ ਚੁੱਕੇ ਹਾਂ। ਸੋਚਣ ਵਾਲੀ ਗੱਲ ਹੈ ਕਿ ਅਸੀਂ ਰਸਤੇ ਹੀ ਗਲਤ ਚੁਣ ਲਏ ਹਨ ਤੇ ਗਲਤ ਰਸਤੇ ਕਦੀ ਵੀ ਮੰਜ਼ਿਲ ਤੱਕ ਨਹੀਂ ਪਹੁੰਚਾਉਂਦੇ। ਅੱਜ ਲੋੜ ਹੈ ਕਿ ਅਸੀਂ ਆਪਣੀ ਕਦਰਾਂ ਕੀਮਤਾਂ ਨੂੰ ਮੁੜ ਵਿਚਾਰੀਏ ਤੇ ਅਪਣਾਈਏ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਉਸ ਦੀਆਂ ਗਹਿਰਾਈਆਂ ਤੋਂ ਜਾਣੂ ਕਰਵਾਈਏ। ਸਾਨੂੰ ਸਮੇਂ ਨਾਲ ਜ਼ਰੂਰ ਚੱਲਣਾ ਚਾਹੀਦਾ ਹੈ, ਨਵੀਆਂ ਤੇ ਚੰਗੀਆਂ ਚੀਜ਼ਾਂ ਨੂੰ ਅਪਣਾਉਣਾ ਵੀ ਚਾਹੀਦਾ ਹੈ, ਪਰ ਕਦੇ ਵੀ ਆਪਣੀ ਸੰਸਕ੍ਰਿਤੀ ਨੂੰ ਭੁੱਲਣਾ ਨਹੀਂ ਚਾਹੀਦਾ।
ਜਿਵੇਂ ਕਿ ਕਵੀ ਫਿਰੋਜ਼ਦੀਨ ਸ਼ਰਫ ਦੀਆਂ ਇਹ ਸਤਰਾਂ ਹਨ ਕਿ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਰ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ। ਧੰਨਵਾਦ। ਮੈਂ ਜਿਹੜਾ ਅੱਜ ਦਾ ਰਿਜ਼ਲਟ ਦੇ ਤੌਰ ਤੇ ਦੱਸਦਾ ਕਿ ਜੋ ਵਿਨਰ ਹੈ ਅੱਜ ਦਾ ਉਹ ਹਾਂਜੀ ਕਮਲਪ੍ਰੀਤ ਕੌਰ MA2 ਦੇ ਜਿਹੜੇ ਵਿਦਿਆਰਥੀ ਨੇ, ਉਹ ਅੱਜ ਦੇ ਜਿਹੜੇ ਵਿਨਰ ਨੇ। ਤਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਕਵਿਤਾ ਸਾਡੇ ਮਨ, ਰੂਹ ਅਤੇ ਦਿਮਾਗ ਨੂੰ ਤ੍ਰਿਪਤ ਕਰਨ ਦਾ ਇੱਕ ਬਹੁਤ ਹੀ ਵਧੀਆ ਜ਼ਰੀਆ ਹੈ ਅਤੇ ਅੱਜ ਇਸੇ ਕਾਰਨ ਕਰਕੇ ਮੈਂ BCom 3rd ਈਅਰ ਦੀ ਵਿਦਿਆਰਥਣ ख्याति महाजन ਨੂੰ ਆਪਣੀ ਕਵਿਤਾ ਪ੍ਰਸਤੁਤ ਕਰਨ ਲਈ ਬੁਲਾਉਂਦੀ ਹਾਂ। ज़िंदगी में कई बार ऐसा होता है कि हम निराश हो जाते हैं, मुरझा जाते हैं, लेकिन सबसे ज़रूरी बात ये होती है कि हम वापस उस निराशा को हटाकर एक फूल की तरह खिल जाएं। नमस्कार दर्शकों, आज मैं ख्याति महाजन आपके सामने एक प्रेरक कविता बोलने जा रही हूँ। ना खड़ा तू देख गलत को, अब तो तू बवाल कर। ना खड़ा तू देख गलत को, अब तो तू बवाल कर। चुप क्यों है तू, ना तो अपनी आवाज़ दबा, अब तो तू सवाल कर। ना मिले जवाब तो खुद जवाब तलाश कर, ना मिले जवाब तो खुद जवाब तलाश कर। क्यों दफन है सीने में तेरे आग, आज आग को भी तू जलाकर राख कर। कमियों को ना गिन तू, ना उसका तू मलाल कर। कमियों को ना गिन तू, ना उसका तू मलाल कर। अरे कुछ तो अच्छा ढूंढ ले, ना मन को यूं उदास कर। जो भी पास है तेरे, तू उससे ही कमाल कर। तू उठ कुछ करके दिखा, ना खुद को तू बेकार कर। तू उठ कुछ करके दिखा, ना खुद को तू बेकार कर। खुद मिसाल बनकर आकाश में प्रकाश कर। सोचता है क्या तू वक्त ना खराब कर। जिंदगी जो है तो तू जी के इसका नाम कर। जिंदगी जो है तो तू जी के इसका नाम कर। रास्ते जो ना मिले तो खुद की राह निर्माण कर। काल के कपाल पर करके तांडव तू दिखा। काल के कपाल पर करके तांडव तू दिखा। दरिया जो दिखे आग का, प्रचंड अग्नि बनकर तू उसे भी पार कर, तू उसे भी पार कर। धन्यवाद। ख्याति ने बहुत ही बेहतरीन तरीके ਦੇ ਵਿੱਚ ਆਪਣੀ ਕਵਿਤਾ ਪ੍ਰਸਤੁਤ ਕੀਤੀ ਹੈ। ਮੈਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਮੈਡਮ ਮਿਸ ਲਵਪ੍ਰੀਤ ਕੌਰ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਆਪਣੀ ਕਵਿਤਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਾਡੇ ਸਮੁਖ ਪੇਸ਼ ਕਰਨ। ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੀ ਹਾਂ ਆਪਣੀ ਕਵਿਤਾ ਪੰਜਾਬ, ਪੰਜਾਬੀ ਤੇ ਪੰਜਾਬੀਅਤ। ਇਹੋ ਜਿਹਾ ਮੇਰਾ ਪੰਜਾਬ ਤੇ ਨਹੀਂ ਸੀ, ਇਹੋ ਜਿਹਾ ਮੇਰਾ ਪੰਜਾਬ ਤੇ ਨਹੀਂ ਸੀ। ਹਫਦਾ ਹੋਇਆ, ਦੌੜਦਾ ਹੋਇਆ, ਆਦਰ ਸਤਕਾਰ ਤੋਂ ਕੋਰਾ ਕੋਰਾ, ਰਸਮਾਂ ਰਿਵਾਜ਼ਾਂ ਤੋਂ ਬੇਮੁਖ ਹੋਇਆ, ਨਸ਼ਿਆਂ ਵਿੱਚ ਜੋ ਫਿਰਦਾ ਮੋਇਆ, ਸੱਚੀ ਇਹੋ ਜਿਹਾ ਮੇਰਾ ਪੰਜਾਬ ਤੇ ਨਹੀਂ ਸੀ। ਉਹ ਕੁੱਕੜਾਂ ਦੀਆਂ ਬਾਂਗਾਂ, ਉਹ ਰਾਈਆਂ ਦਾ ਤੁਰਨਾ, ਉਹ ਚਿੜੀਆਂ ਦੀ ਚੀਚੀ, ਮਧਾਣੀਆਂ ਦਾ ਗਿੜਨਾ, ਭੱਤੇ ਦਾ ਆਉਣਾ, ਖੇਤੀ ਹਲ ਵਾਹੁਣਾ, ਸ਼ਰੀਕੇ ਦਾ ਏਕਾ, ਸੱਥਾਂ ਵਿੱਚ ਬਹਿਣਾ, ਵੱਡਿਆਂ ਦਾ ਆਦਰ, ਉਹ ਪੈਰੀ ਹੱਥ ਲਾਉਣਾ, ਖੂਹਾਂ ਦਾ ਗਿੜਨਾ, ਕੁੜੀਆਂ ਦਾ ਜੁੜਨਾ, ਪਿੱਪਲਾਂ ਤੇ ਪੀਂਘਾਂ, ਤੀਆਂ ਤੇ ਮਿਲਣਾ, ਘੋੜੀ ਤੇ ਚੜਨਾ, ਬਾਗਾਂ ਨੂੰ ਗੁੰਦਣਾ, ਸਿੱਠਣੀਆਂ ਨੂੰ ਦੇਣਾ, ਮੇਲੇ ਨੂੰ ਸਹਿਣਾ, ਬੋਲੀਆਂ ਘੋੜੀਆਂ, ਸੁਹਾਗਾਂ ਨੂੰ ਗਾਉਣਾ, ਘੱਗਰੇ ਦਾ ਸ਼ੂਕਣਾ, ਧਰਤੀ ਅੱਗ ਲਾਉਣਾ, ਉਹ ਖੇਡਾਂ, ਉਹ ਮੇਲੇ, ਜ਼ੋਰਾਂ ਦਾ ਅਜ਼ਮਾਉਣਾ, ਦਾਦੀ ਦਾ ਹੱਥੀਂ ਉਹ ਚੂਰੀ ਖਵਾਉਣਾ, ਵਾਰਿਸ ਦਾ ਲਿਖਣਾ, ਹੀਰਾਂ ਦਾ ਗਾਉਣਾ, ਉਹ ਤਾਰਿਆਂ ਦੀ ਛਾਵੇਂ ਬਾਤਾਂ ਦਾ ਪਾਉਣਾ, ਮਾਂ ਬੋਲੀ ਨੂੰ ਦਿਲ 'ਚ ਵਸਾਉਣਾ, ਪੰਜਾਬੀ ਵਿੱਚ ਉੱਠਣਾ, ਇਸੇ ਵਿੱਚ ਬਹਿਣਾ, ਕਿੱਥੇ ਗਵਾਚਾ ਸਾਡਾ ਇਹ ਗਹਿਣਾ। ਪੰਜਾਬੀ ਨਾਲ ਕਿਉਂ ਮਤਰਈਆਂ ਜਾਂ ਵਤੀਰਾ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਕਿਉਂ ਸਿਰਫ ਦਿਖਾਵੇ ਦੀਆਂ ਲਕੀਰਾਂ, ਕਿਉਂ ਸਿਰਫ ਦਿਖਾਵੇ ਦੀਆਂ ਲਕੀਰਾਂ। ਧੰਨਵਾਦ। ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਨੂੰ ਸਮਰਪਿਤ ਕੈਂਪਸ ਦੀ ਇਹ ਸੀ ਅੱਜ ਦੀ ਕੜੀ।
ਇਸ ਦੇ ਵਿੱਚ ਤੁਸੀਂ ਸੁਣੇ ਵਿਦਿਆਰਥੀਆਂ ਦੇ ਵਿਚਾਰ ਤੇ ਨਾਲ ਹੀ ਅਧਿਆਪਕਾਂ ਨੇ ਕਵਿਤਾਵਾਂ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕੀਤੇ। ਪਰ ਅੱਜ ਦੀ ਇਸ ਪ੍ਰਤੀਯੋਗਿਤਾ ਮੁਕਾਬਲੇ ਦੇ ਵਿੱਚ ਵਿਨਰ ਬਣ ਕੇ ਸਾਹਮਣੇ ਆਈ ਕਮਲਪ੍ਰੀਤ ਕੌਰ। ਸੋ ਬਹੁਤ-ਬਹੁਤ ਮੁਬਾਰਕਾਂ ਕਮਲਪ੍ਰੀਤ ਕੌਰ ਅਤੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ तमाम ਵਿਦਿਆਰਥੀਆਂ ਨੂੰ। ਸੋ ਦੋਸਤੋ, ਅਗਲੀ ਵਾਰ ਜਲਦ ਹੀ ਮੁਲਾਕਾਤ ਹੋਵੇਗੀ ਇੱਕ ਨਵੇਂ ਕੈਂਪਸ ਦੇ ਵਿੱਚ ਅਤੇ ਨਵੇਂ ਵਿਦਿਆਰਥੀਆਂ ਦੇ ਨਾਲ। ਤਦ ਤੱਕ ਦੇ ਲਈ ਸੁਣਦੇ ਰਹੋ ਯੁਵਵਾਣੀ ਪ੍ਰੋਗਰਾਮ।